हाय फ्यूचर बर्ड्स वेलकम बैक टू माय चैनल। ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 11th ਪੀਐਸਸੀਬੀ ਦਾ ਫਿਜ਼ਿਕਸ ਦਾ ਸੈਕੰਡ ਯੂਨਿਟ ਕਾਈਨੈਮੈਟਿਕਸ ਦਾ ਫਰਸਟ ਚੈਪਟਰ ਮੋਸ਼ਨ ਇਨ ਅ ਸਟ੍ਰੇਟ ਲਾਈਨ। ਦੇਖੋ ਇਸ ਦੇ ਵਿੱਚ ਟੌਪਿਕਸ ਕਾਫੀ ਜ਼ਿਆਦਾ ਹੈ। ਲਾਸਟ ਟੌਪਿਕ ਆਪਣਾ ਰਿਲੇਟਿਵ ਵੈਲੋਸਿਟੀ ਹੈ। ਕੋਸ਼ਿਸ਼ ਰਹੇਗੀ ਇੱਕ ਜਾਂ ਦੋ ਲੈਕਚਰਸ ਦੇ ਵਿੱਚ ਖਤਮ ਹੋ ਜੇ, ਲੇਕਿਨ ਆਪਾਂ ਕਰਾਂਗੇ ਪ੍ਰੋਪਰਲੀ ਚਾਹੇ 3 ਲੈਕਚਰਸ ਲੱਗ ਜਾਣ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਟੌਪਿਕ ਇੰਟਰੋਡਕਸ਼ਨ ਹੁੰਦਾ ਹੈ। ਕਿਸੇ ਵੀ ਚੀਜ਼ ਨੂੰ ਸਟਾਰਟ ਕਰ ਰਹੇ ਹਾਂ ਆਪਾਂ। ਅੱਜ ਆਪਾਂ ਕਲਾਸ 11th ਦੀ ਫਿਜ਼ਿਕਸ ਸਟਾਰਟ ਕਰ ਰਹੇ ਹਾਂ। ਦੇਖੋ ਯੂਨਿਟ ਐਂਡ ਮੈਜ਼ਰਮੈਂਟ ਚੈਪਟਰ ਮੈਂ ਸਕਿਪ ਕਰ ਰਹੀ ਹਾਂ, ਕਾਫੀ ਈਜ਼ੀ ਚੈਪਟਰ ਹੈ ਉਹ। ਸੋ ਇਹਦੇ ਵਿੱਚ ਕੀ ਹੈ, ਅੱਜ ਆਪਾਂ ਕਾਫੀ ਚੀਜ਼ਾਂ ਬਾਰੇ ਪੜ੍ਹਾਂਗੇ, ਉਹੀ ਦੱਸਿਆ ਹੋਇਆ। ਆਪਾਂ ਅੱਗੇ ਸਟਾਰਟ ਕਰਦੇ ਹਾਂ ਰੈਸਟ ਤੋਂ। ਵਾਟ ਇਜ਼ ਰੈਸਟ? ਦੇਖੋ ਬੋਡੀ ਇਜ਼ ਸੈਟ ਟੂ ਬੀ ਐਟ ਰੈਸਟ ਅਗਰ ਉਹ ਆਪਣੀ ਪੋਜੀਸ਼ਨ ਨੂੰ ਚੇਂਜ ਨਹੀਂ ਕਰ ਰਹੀ ਵਿਦ ਰਿਸਪੈਕਟ ਟੂ ਇਮੀਡੀਏਟ ਸਰਾਊਂਡਿੰਗਸ ਵਿਦ ਦ ਪੈਸੇਜ ਆਫ ਟਾਈਮ। ਫॉर एग्जाम्पल एक सिचुएशन ले लो, कोई करंट सराउंडिंग्स ले लो, कोई पार्क की सिचुएशन है। ਲੈਟ ਸੇ ਉੱਥੇ ਇੱਕ ਬੈਂਚ ਪਿਆ, ਹੁਣ ਉਹ ਬੈਂਚ ਰੈਸਟ ਤੇ ਤਾਂ ਮੰਨਿਆ ਜਾਊਗਾ ਜੇ ਉਹ ਆਪਣੇ ਸਰਾਊਂਡਿੰਗ ਦੇ ਅਕੋਰਡਿੰਗ ਸਰਾਊਂਡਿੰਗ ਦੇ ਰਿਸਪੈਕਟ ਦੇ ਵਿੱਚ ਆਪਣੀ ਪੋਜੀਸ਼ਨ ਨਹੀਂ ਚੇਂਜ ਕਰ ਰਿਹਾ ਤੇ ਟਾਈਮ ਜਾਂਦਾ ਜਾ ਰਿਹਾ, ਟਾਈਮ ਚੱਲ ਰਿਹਾ ਲੇਕਿਨ ਉਹ ਪੋਜੀਸ਼ਨ ਚੇਂਜ ਨਹੀਂ ਕਰ ਰਿਹਾ। ਫॉर एग्जाम्पल ਅ ਬੁੱਕ ਲਾਈਂਗ ਔਨ ਅ ਟੇਬਲ, ਮਾਊਂਟੇਨ, ਇਹ ਸਾਰੀ ਰੈਸਟ ਬੋਡੀ ਦੀ ਐਗਜ਼ਾਮਪਲਸ ਹੈ। ਨੈਕਸਟ ਹੈ ਕੋਈ ਬੋਡੀ ਮੋਸ਼ਨ 'ਚ ਕਦੋਂ ਹੁੰਦੀ ਹੈ? ਇਫ ਇਟ ਚੇਂਜਸ ਦ ਪੋਜੀਸ਼ਨ with respect to its immediate surroundings with the passage of time। ਟਾਈਮ ਜਾ ਰਿਹਾ ਹੈ ਔਰ ਸਰਾਊਂਡਿੰਗ ਦੇ ਅਕੋਰਡਿੰਗ, ਸਰਾਊਂਡਿੰਗ ਦੇ ਰਿਸਪੈਕਟ ਦੇ ਵਿੱਚ ਪੋਜੀਸ਼ਨ ਚੇਂਜ ਹੋ ਰਹੀ ਹੈ। ਫॉर एग्जाम्पल ਅ ਬਰਡ ਫਲਾइंग ਇਨ ਏਅਰ, ਮੈਂ ਅਗਰ ਨੀਚੇ ਖੜ ਕੇ ਦੇਖੂੰਗੀ ਰੈਸਟ ਤੇ ਤਾਂ ਮੈਨੂੰ ਬਰਡ ਜੋ ਹੈ ਉਹ ਉੜਦੀ ਦਿਖੇਗੀ, ਯਾਨੀ ਸਰਾਊਂਡਿੰਗ ਦੇ ਰਿਸਪੈਕਟ ਜਿਹੜੀ ਬਰਡ ਪਹਿਲਾਂ ਲੈਟ ਸੇ ਉਰੇ ਹੈ ਉਹ ਕੁਝ ਟਾਈਮ ਬਾਅਦ ਉਰੇ ਹੋਏਗੀ। ਅਗਰ ਬਰਡ ਇੱਧਰ ਨੂੰ ਉੜ ਰਹੀ ਹੈ, ਰਾਈਟ, ਵੇਟ, ਅਗਰ ਬਰਡ ਇੱਧਰ ਨੂੰ ਉੜ ਰਹੀ ਹੈ, ਰਾਈਟ। ਉਸ ਤੋਂ ਬਾਅਦ next is mechanics, so the branch of physics which deals with the study of motion of objects ਉਹਨੂੰ mechanics ਕਿਹਾ ਜਾਂਦਾ ਹੈ। ਦੇਖੋ ਇਹਦੇ ਵਿੱਚ ਕੀ ਹੈ, ਆਪਣੀ 11th ਦੀ ਫਿਜ਼ਿਕਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਮੈਕੈਨਿਕਸ ਦੀ। ਇਹਦੇ ਵਿੱਚ ਆਪਾਂ ਸਟੱਡੀ ਆਫ ਮੋਸ਼ਨ ਪੜਾਂਗੇ। ਇਹਦੇ ਅੱਗੇ ਦੋ ਟਾਈਪਸ ਹੁੰਦੇ ਆ। ਪਹਿਲਾ ਮੋਸ਼ਨ ਹੈ ਕਿੱਦਾਂ ਦਾ, ਉਹ ਆਪਾਂ ਹੁਣ ਪੜ੍ਹ ਰਹੇ ਹਾਂ ਅਗਲੇ ਦੋ ਚੈਪਟਰਸ ਦੇ ਵਿੱਚ, ਸਟ੍ਰੇਟ ਲਾਈਨ ਐਂਡ ਮੋਸ਼ਨ ਇਨ ਅ ਪਲੇਨ। ਉਸ ਤੋਂ ਬਾਅਦ ਹੈ ਕਿ ਮੋਸ਼ਨ ਜੋ ਹੈ ਉਹ ਹੁੰਦਾ ਕਿਉਂ ਹੈ, ਵਾਟ ਇਜ਼ ਦ ਕੋਜ਼ ਆਫ ਮੋਸ਼ਨ, ਉਹ ਆਪਾਂ ਪੜਾਂਗੇ ਨਿਊਟਨ ਲਾਜ਼ ਆਫ ਮੋਸ਼ਨ ਦੇ ਵਿੱਚ। ਕੁਛ ਹੱਦ ਤੱਕ ਵਰਕ એનર્ਜੀ ਪਾਵਰ ਵੀ ਇਸੀ ਟੌਪਿਕ ਨਾਲ ਰਿਲੇਟਡ ਕਹਿ ਸਕਦੇ ਹਾਂ ਆਪਾਂ। ਦੈਨ ਉਸ ਤੋਂ ਬਾਅਦ ਰੋਟੇਸ਼ਨਲ ਮੋਸ਼ਨ ਇੱਕ ਅਲੱਗ ਚੀਜ਼ ਆ ਜਾਏਗੀ। ਨੈਕਸਟ ਹੈ ਸਟੈਟਿਕਸ। ਸਟੈਟਿਕਸ ਹੁੰਦਾ ਹੈ, ਇਹ ਉਹ ਬ੍ਰਾਂਚ ਆਫ ਮਕੈਨਿਕਸ ਹੈ ਜੋ ਡੀਲ ਕਰਦੀ ਹੈ ਜੋ ਆਬਜੈਕਟ ਰੈਸਟ ਤੇ ਨੇ ਉਹਨਾਂ ਦੀ ਸਟੱਡੀ ਨੂੰ ਡੀਲ ਕਰਦੀ ਹੈ। Next is kinematics. It is a branch of mechanics which deals with the study of motion of the object। ਲੇਕਿਨ ਇਸ ਦੇ ਵਿੱਚ cause of motion ਨੂੰ ਅਕਾਊਂਟ ਨਹੀਂ ਕੀਤਾ ਜਾਂਦਾ, ਉਹਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ ਜਾਂਦਾ। ਲੇਕਿਨ ਜਿੱਥੇ ਰੱਖਿਆ ਜਾਂਦਾ that is dynamics। ਡਾਇਨਾਮਿਕਸ ਦੇ ਵਿੱਚ ਹੀ ਆਪਾਂ ਫੋਰਸ ਪੜਾਂਗੇ, ਮੋਮੈਂਟਮ ਪੜਾਂਗੇ, ਸਾਰਾ ਕੁਝ ਪੜਾਂਗੇ। ਨੈਕਸਟ ਇਜ਼ ਪੁਆਇੰਟ ਆਬਜੈਕਟ। ਪੁਆਇੰਟ ਆਬਜੈਕਟ ਕੀ ਹੁੰਦਾ ਹੈ? if the distance covered by it is much greater than its own size। for example ਕਿਸੇ ਦਾ ਇੰਨਾ ਕੁ ਸਾਈਜ਼ ਹੈ, ਉਹਨੇ ਡਿਸਟੈਂਸ ਇੰਨਾ ਕਵਰ ਕਰ ਲਿਆ ਤਾਂ ਆਪਾਂ ਇਹਨੂੰ ਪੁਆਇੰਟ ਆਬਜੈਕਟ ਕਵਾਂਗੇ। ਚਾਹੇ ਜੇ ਮੈਂ ਇਸ ਪੁਆਇੰਟ ਆਬਜੈਕਟ ਦੇ ਨੇੜੇ ਖੜੀ ਹੋ ਜਾਏ, ਮੇਰੇ ਤੋਂ 10 ਟਾਈਮਸ ਬਿਗਰ ਹੋਏ, ਲੇਕਿਨ ਆਪਾਂ ਇੱਥੇ ਸਾਈਜ਼ ਦੀ, ਐਕਚੁਅਲ ਸਾਈਜ਼ ਦੀ ਗੱਲ ਨਹੀਂ ਕਰ ਰਹੇ ਹਾਂ। ਕਹਿਣ ਦਾ ਮਤਲਬ ਇਹ ਹੈ ਕਿ ਜੇ ਉਹਦੇ ਸਾਈਜ਼ ਦੇ ਕੰਪੇਅਰ 'ਚ ਉਹਦਾ ਡਿਸਟੈਂਸ ਜ਼ਿਆਦਾ ਹੈ ਤਾਂ ਆਪਾਂ ਉਹਨੂੰ ਪੁਆਇੰਟ ਆਬਜੈਕਟ ਮੰਨ ਸਕਦੇ ਹਾਂ। ਪੂਰੀ ਫਿਜ਼ਿਕਸ ਦਾ 11 12 ਦਾ ਇਹ ਆਧਾਰ ਰਹੇਗਾ। ਤੁਸੀਂ ਅੱਗੇ ਪੜ੍ਹੋਗੇ 12th ਦੇ ਵਿੱਚ ਕੁਐਸਚਨ ਸੋਲਵ ਕਰੋਗੇ, ਕਾਫੀ ਚੀਜ਼ਾਂ ਨੂੰ ਤੁਸੀਂ ਪੁਆਇੰਟ ਆਬਜੈਕਟ ਮੰਨ ਕੇ ਸੋਲਵ ਕਰੋਗੇ। ਸੋ ਇਹਦੀ ਐਗਜ਼ਾਮਪਲ ਕੀ ਹੈ, ਇੱਕ ਟ੍ਰੇਨ ਜੋ ਕਿ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਹੈ, ਆਪਾਂ ਉਹਨੂੰ ਵੀ ਪੁਆਇੰਟ ਆਬਜੈਕਟ ਸਮਝ ਸਕਦੇ ਹਾਂ ਕਿਉਂਕਿ ਉਹਦੇ ਸਾਈਜ਼ ਦੇ ਕੰਪੇਅਰ 'ਚ ਉਹਦਾ ਡਿਸਟੈਂਸ ਬਹੁਤ ਜ਼ਿਆਦਾ ਹੈ। ਨੈਕਸਟ ਇਜ਼ ਰੈਸਟ ਐਂਡ ਮੋਸ਼ਨ ਆਰ ਰਿਲੇਟਿਵ ਟਰਮਸ। ਦੇਖੋ ਇਹ ਰਿਲੇਟਿਵ ਕਿਉਂ ਹੈ, ਬਹੁਤ ਅੱਛੀ ਐਗਜ਼ਾਮਪਲ ਇਹਦੇ ਲਈ ਦਿੱਤੀ ਜਾਂਦੀ ਹੈ, ਮੈਂ ਤੁਹਾਨੂੰ ਉਹੀ ਦੱਸੂੰਗੀ। ਦੇਖੋ ਇਹ ਦੋਨੋਂ ਰਿਲੇਟਿਵ ਟਰਮਸ ਹੈ। ਇਹਦਾ ਮਤਲਬ ਇਹ ਹੈ ਕਿ ਆਬਜੈਕਟ ਇੱਕ ਟਾਈਮ ਤੇ ਰੈਸਟ ਤੇ ਵੀ ਹੋ ਸਕਦਾ ਹੈ, ਮੋਸ਼ਨ ਤੇ ਵੀ ਹੋ ਸਕਦਾ ਹੈ, ਵਿਦ ਰਿਸਪੈਕਟ ਟੂ ਡਿਫਰੈਂਟ ਅਬਜ਼ਰਵਰਸ। ਇਹਨੂੰ ਸਮਝੋ ਕਿਵੇਂ। ਫॉर एग्जाम्पल ਮੇਰੇ ਕੋਲ ਇੱਕ ਬੱਸ ਹੈ, ਬੱਸ ਦੇ ਵਿੱਚ 2 ਪਰਸਨ ਬੈਠੇ ਹੈ, ਬੱਸ ਚੱਲ ਰਹੀ ਹੈ, ਰੁਕੀ ਨਹੀਂ ਹੋਈ ਹੈ। ਲੈਟ ਸੇ ਆ 2 ਪਰਸਨਸ ਬੱਸ ਦੇ ਵਿੱਚ ਬੈਠੇ ਹੈ ਐਂਡ ਮੈਂ ਗੱਲ ਕਰਾਂ ਜੋ ਬੰਦਾ ਰੋਡ ਤੇ ਖੜਾ ਹੈ, ਤੀਸਰਾ ਬੰਦਾ, ਲੈਟ ਸੇ ਇਹ ਕੋਈ ਬੰਦਾ ਪੀ ਹੈ, ਇਹ ਦੋਨੋਂ, ਇੱਕ ਕਿਊ ਹੈ, ਇਹਦੇ ਵਿੱਚੋਂ ਇੱਕ ਆਰ ਹੈ। ਸੋ ਬੰਦੇ ਪੀ ਦੇ ਲਈ ਦੇਖਿਆ ਜਾਏ ਕਿਊ ਤੇ ਆਰ ਮੋਸ਼ਨ 'ਚ ਹੈ ਕਿਉਂਕਿ ਬੱਸ ਅੱਗੇ ਵਧ ਰਹੀ ਹੈ ਤਾਂ ਉਹ ਦੋਨੋਂ ਵੀ ਅੱਗੇ ਜਾ ਰਹੇ ਹੈ, ਉਸ ਤੋਂ ਦੂਰ ਹੁੰਦੇ ਜਾ ਰਹੇ ਹੈ। ਸੋ ਵਿਦ ਰਿਸਪੈਕਟ ਟੂ ਦਾ ਪਰਸਨ ਸਟੈਂਡਿੰਗ ਔਨ ਦ ਰੋਡ ਸਾਈਡ ਕਹਿ ਸਕਦੇ ਹਾਂ ਕਿ ਜੋ ਅੰਦਰ ਵਾਲੇ 2 ਬੰਦੇ ਆ ਉਹ ਮੋਸ਼ਨ ਦੇ ਵਿੱਚ ਹੈ। ਲੇਕਿਨ ਅਗਰ ਮੈਂ ਗੱਲ ਕਰਾਂ ਕਿਊ ਦੇ ਲਈ ਜੋ ਆਰ ਹੈ,
ਉਹ ਕਿਵੇਂ ਹੈ, ਬੱਸ ਚੱਲ ਰਹੀ ਹੈ, ਦੋਨੋਂ ਬੱਸ ਦੇ ਵਿੱਚ ਬੈਠੇ ਹੈ, ਸੋ ਕਿਊ ਨੂੰ ਤਾਂ ਆਰ ਹਿਲਦਾ ਹੋਇਆ ਨਹੀਂ ਦਿਖੇਗਾ, ਉਹ ਕਹੇਗਾ ਕਿ ਆਰ ਤਾਂ ਆਪਣੀ ਪੋਜੀਸ਼ਨ ਚੇਂਜ ਕਰ ਹੀ ਨਹੀਂ ਰਿਹਾ। ਸੋ ਅਕੋਰਡਿੰਗ ਟੂ ਕਿਊ ਜਾਂ ਵਿਦ ਰਿਸਪੈਕਟ ਟੂ ਕਿਊ ਆਰ ਪੋਜੀਸ਼ਨ ਚੇਂਜ ਨਹੀਂ ਕਰ ਰਿਹਾ। ਸੋ दैट इज what we are telling here कि अगर मैं गल करा two persons sitting in a moving bus are at rest with respect to each other but both are in motion with respect to the person standing on the roadside. Next है frame of reference. So what is frame of reference? In order to know the change in position of an object ਆਪਾਂ ਨੂੰ reference point ਚਾਹੀਦਾ ਹੈ। For example ਮੈਨੂੰ ਕਿਵੇਂ ਪਤਾ ਲੱਗੇਗਾ ਬਈ ਉਸ ਇਨਸਾਨ ਦੀ ਪੋਜੀਸ਼ਨ ਚੇਂਜ ਹੋਈ ਹੈ, ਇੱਕ ਰੈਫਰੈਂਸ ਹੋਣਾ ਚਾਹੀਦਾ ਕਿ ਹਾਂ ਪਹਿਲਾਂ ਇੱਥੇ ਇਨਸਾਨ ਖੜਾ ਸੀ, ਇੱਥੋਂ ਦੂਸਰੀ ਤੇ ਗਿਆ। ਦੇਖੋ ਹੁੰਦਾ ਕੀ ਹੈ, ਮੋਸਟ ਆਫ ਦਾ ਟਾਈਮ ਓਰੀਜਨ ਨੂੰ ਹੀ ਲਿੱਤਾ ਜਾਂਦਾ, ਲੇਕਿਨ ਕੁਝ ਕੇਸਿਸ ਦੇ ਵਿੱਚ ਓਰੀਜਨ ਨੂੰ ਨਹੀਂ ਲਿੱਤਾ ਜਾਂਦਾ, ਕੋਈ ਸਪੈਸੀਫਿਕ ਪੁਆਇੰਟ ਨੂੰ ਰੈਫਰੈਂਸ ਲਿੱਤਾ ਜਾਂਦਾ ਹੈ। ਸੋ ਫਿਲਹਾਲ ਆਪਾਂ ਓਰੀਜਨ ਨੂੰ ਹੀ ਰੈਫਰੈਂਸ ਪੁਆਇੰਟ ਮੰਨ ਕੇ ਚੱਲਦੇ ਹਾਂ। ਸੋ ਦਿਸ ਸਿਸਟਮ ਇਜ਼ ਕਾਲਡ ਕੋਆਰਡੀਨੇਟ ਸਿਸਟਮ, ਜੋ ਪੂਰਾ ਇਹ ਸਿਸਟਮ ਹੈ। ਸੋ ਆਬਜੈਕਟ ਚੇਂਜਿੰਗ ਪੋਜੀਸ਼ਨ ਵਿਦ ਟਾਈਮ with respect to frame of reference are in motion, जो इस particular frame of reference ਦੇ according position change नहीं कर रहे, ਉਹ ਕਿਨੇ, ਉਹ at rest ਨੇ। For example कोई moving car है, ਉਹ ਇਸ frame ਦੇ ਬਾਹਰ ਹੈ, it is outside, sorry, so frame of reference is outside the car, so it appears moving, while for the frame of reference inside the car appears stationary। ਕਹਿਣ ਦਾ ਮਤਲਬ ਕੀ ਹੈ, ਮੇਰੇ ਕੋਲ ਇੱਕ let's say ਕਾਰ ਹੈ, ਕਾਰ ਦੇ ਅੰਦਰ ਜੋ ਬੈਠ ਕੇ ਦੇਖੇਗਾ, ਫਰੇਮ ਆਫ ਰੈਫਰੈਂਸਿਸ ਆਪਾਂ ਕਿੱਥੇ ਬੈਠ ਕੇ ਦੇਖ ਰਹੇ ਹਾਂ। ਅਗਰ ਕੋਈ ਕਾਰ ਦੇ ਅੰਦਰ ਬੈਠ ਕੇ ਦੇਖੇਗਾ ਉਹਨੂੰ ਉਹ ਚੀਜ਼ ਸਟੇਸ਼ਨਰੀ ਲੱਗੂਗੀ, ਲੇਕਿਨ ਅਗਰ ਮੈਂ ਫਰੇਮ ਆਫ ਰੈਫਰੈਂਸ ਕਾਰ ਦੇ ਬਾਹਰ ਲਾਉਂਗੀ ਤਾਂ ਮੈਨੂੰ ਇਹ ਚੀਜ਼ ਮੂਵਿੰਗ ਦਿਖੂਗੀ। ਲੈਟਸ ਸੇ ਜੋ ਕਾਰ ਹੈ ਉਹ ਇੱਧਰ ਜਾ ਰਹੀ ਹੈ। ਨੈਕਸਟ ਇਜ਼ one dimensional motion, two dimensional motion and three dimensional motion, 1D 2D and 3D। so motion of an object ਉਹਨੂੰ ਆਪਾਂ 1D motion ਉਦੋਂ ਕਵਾਂਗੇ ਅਗਰ out of 3 coordinates ਉਹਦੀ ਜੋ ਪੋਜੀਸ਼ਨ ਹੈ ਆਬਜੈਕਟ ਦੀ ਵਿਦ ਰਿਸਪੈਕਟ ਟੂ ਟਾਈਮ ਸਿਰਫ ਇੱਕ ਕੋਆਰਡੀਨੇਟ ਦੇ ਵਿੱਚ ਚੇਂਜ ਹੋ ਰਹੀ ਹੈ। ਕਹਿਣ ਦਾ ਮਤਲਬ ਇਟ ਇਜ਼ ਆਊਟ ਆਫ ਦ 3 coordinates only one is specifying the position of the object changes with respect to time। देखो ਹੁੰਦਾ ਕੀ ਹੈ, ਫॉर एग्जांपल ਮੇਰੇ ਕੋਲ ਰੇਲਵੇ ਟਰੈਕ ਹੈ ਔਰ ਇਹਦੇ ਉੱਪਰ ਜੋ ਟ੍ਰੇਨ ਹੈ ਜਾਂ ਲਗਾ ਲਓ ਮੈਨ ਇੱਕ ਸਿੱਧੀ ਰੋਡ ਦੇ ਉੱਪਰ ਚੱਲ ਰਿਹਾ, ਦੋਨੋਂ ਐਗਜ਼ਾਮਪਲਸ ਦੇ ਵਿੱਚ ਅਗਰ ਮੈਂ ਇਹਨੂੰ ਰੈਫਰੈਂਸਲੀ ਐਕਸ ਐਕਸਿਸ ਮੰਨੂੰਗੀ ਤਾਂ ਮੈਂ ਕੀ ਕਹਿ ਸਕਦੀ ਹਾਂ ਕਿ ਆਬਜੈਕਟ ਦੀ ਪੋਜੀਸ਼ਨ ਸਿਰਫ ਐਕਸ ਐਕਸਿਸ ਦੇ ਰਿਸਪੈਕਟ ਦੇ ਵਿੱਚ ਚੇਂਜ ਹੋ ਰਹੀ ਹੈ। ਪਹਿਲਾਂ ਉਹ ਐਕਸ ਐਕਸਿਸ ਤੇ ਇੱਥੇ ਸੀ, ਹੁਣ ਉਹ ਇੱਥੇ ਹੈ। ਦੇਖਿਆ ਜਾਏ ਵਾਈ ਔਰ ਜ਼ੈਡ ਦੇ ਵਿੱਚ ਕੋਈ ਚੇਂਜ ਨਹੀਂ ਹੋਇਆ। ਇਹਨੂੰ ਕਹਿੰਦੇ ਆ 1D ਮੋਸ਼ਨ, ਜਿਹਦੇ ਲਈ ਇੱਕ ਕੋਆਰਡੀਨੇਟ ਨਾਲ ਹੀ ਮੈਂ ਚੇਂਜ ਨੂੰ ਦੱਸ ਸਕਦੀ ਹਾਂ ਆਬਜੈਕਟ ਦੀ ਪੋਜੀਸ਼ਨ ਦੇ। ਨੈਕਸਟ ਇਜ਼ 2D ਮੋਸ਼ਨ, ਸਿੰਪਲੀ ਇਹ 'ਚ 2 ਕੋਆਰਡੀਨੇਟਸ ਹੋ ਜਾਣਗੇ। ਐਗਜ਼ਾਮਪਲ ਅ ਬਿਲੀਅਰਡ ਬੋਲ ਮੂਵਿੰਗ ਓਵਰ ਦ ਬਿਲੀਅਰਡ ਟੇਬਲ, ਗੇਮ ਖੇਲੀ ਹੋਏਗੀ, ਕੁਛ ਬਾਲਸ ਹੁੰਦੀ ਹੈ, ਸਾਈਡ ਤੇ 4 ਹੋਲਸ ਹੁੰਦੇ ਹੈ, ਇੱਕ ਸਟਿਕ ਹੁੰਦੀ ਹੈ, ਉਹਨਾਂ ਬਾਲ ਨੂੰ ਮਾਰਿਆ ਜਾਂਦਾ ਤਾਂ ਕਿ ਅੱਗੇ ਅੱਗੇ ਜਾ ਕੇ ਬਾਲ ਹੋਲ ਦੇ ਵਿੱਚ ਚਲੀ ਜਾਏ। ਇਹਦੇ ਵਿੱਚ ਦੇਖੋ ਬਾਲ ਦੀ ਪੋਜੀਸ਼ਨ ਅਗਰ ਇੱਧਰ ਰੈਫਰੈਂਸਲੀ ਐਕਸ ਐਕਸਿਸ ਹੈ ਤਾਂ ਲੈਟਸ ਸੇ ਇੱਧਰ ਵਾਈ ਹੋਊਗੀ, ਮੰਨ ਕੇ ਚੱਲ ਸਕਦੇ ਹਾਂ, ਸਿਰਫ ਇੱਕ ਐਗਜ਼ਾਮਪਲ ਦੇ ਰਹੀ ਹਾਂ, ਚਲੋ ਇੱਧਰ ਲਾ ਲਓ ਐਕਸ ਜਾਂ ਇੱਧਰ ਲਾ ਲਓ ਵਾਈ। ਤੋ ਇੱਥੇ ਦੇਖਿਆ ਜਾਏ ਇਸ ਬੋਰਡ ਦੇ ਉੱਪਰ ਜੋ ਗੇਮ ਚੱਲ ਰਹੀ ਹੈ, ਇੱਥੇ ਐਕਸ ਤੇ ਵਾਈ 2 ਕੋਆਰਡੀਨੇਟਸ ਚਾਹੀਦੇ ਨੇ ਮੈਨੂੰ ਚੇਂਜ ਇਨ ਪੋਜੀਸ਼ਨ ਦੱਸਣ ਦੇ ਲਈ। ਲੈਟਸ ਸੇ ਪਹਿਲਾਂ ਬਾਲ ਇੱਥੇ ਸੀ, ਥੋੜ੍ਹਾ ਇਹਨੂੰ ਸਮਝ ਲਓ, ਮੈਂ ਕਲਰ ਚੇਂਜ ਕਰ ਦਿੰਦਾ ਕਿਉਂਕਿ ਇਸ ਦੇ ਉੱਪਰ ਥੋੜ੍ਹਾ ਪੂਰਾ ਚੈਪਟਰ ਹੈ। ਲੈਟਸ ਸੇ ਪਹਿਲਾਂ ਬਾਲ ਇੱਥੇ ਸੀ, ਹੁਣ ਬਾਲ ਇੱਥੇ ਆ ਚੁੱਕੀ ਹੈ। ਸੋ ਮੈਂ ਅਗਰ ਇਹ ਕੋਆਰਡੀਨੇਟ 2 ਸੀ, ਇਹ ਕੋਆਰਡੀਨੇਟ ਲੈਟਸ ਸੇ 4 ਸੀ, ਹੁਣ ਇਹ 8 ਹੋ ਗਿਆ ਐਂਡ ਇਹ ਲੈਟਸ ਸੇ 6 ਹੀ ਹੋਇਆ। ਸੋ ਆਪਾਂ ਚੇਂਜ ਇਨ ਪੋਜੀਸ਼ਨ ਕਹਿ ਸਕਦੇ ਹਾਂ ਕਿ ਵਾਈ ਐਕਸਿਸ ਦੇ ਵਿੱਚ ਕਿੰਨਾ ਹੋਇਆ, 8 - 4 = 4 ਐਂਡ ਐਕਸ ਐਕਸਿਸ ਦੇ ਵਿੱਚ ਕਿੰਨਾ ਹੋਇਆ, 6 - 2 = 4। ਨੈਕਸਟ ਇਜ਼ ਇਹਦੇ ਵਿੱਚ ਇੱਕ ਐਗਜ਼ਾਮਪਲ ਹੋਰ ਹੈ, ਅਗਰ ਕੋਈ ਇਨਸੈਕਟ ਕ੍ਰੋਲ ਕਰ ਰਿਹਾ, ਦੇਖਿਆ ਜਾਏ ਇਨਸੈਕਟਸ ਦੇ ਲਈ ਹਾਈਟ ਨਾਮ ਦੀ ਚੀਜ਼ ਨਹੀਂ ਹੈ, ਉਹਨਾਂ ਲਈ ਲੈਂਥ ਬ੍ਰੈਥ ਹੈ, ਹਾਈਟ ਵਾਲੀ ਆਪਸ਼ਨ ਜ਼ਿਆਦਾਤਰ ਇਨਸੈਕਟਸ ਦੇ ਲਈ ਨਹੀਂ ਹੈ। ਉਸ ਤੋਂ ਬਾਅਦ 3D ਮੋਸ਼ਨ ਦੀ ਗੱਲ ਕਰੀਏ, ਇਟ ਇਜ਼ ਸੈਟ ਟੂ ਬੀ 3D ਮੋਸ਼ਨ। ਆਬਜੈਕਟ ਜੋ ਹੈ 3D ਮੋਸ਼ਨ 'ਚ ਕਦੋਂ ਕਿਹਾ ਜਾਂਦਾ ਜਦੋਂ ਤਿੰਨੋਂ ਕੋਆਰਡੀਨੇਟਸ ਚਾਹੀਦੇ ਹਨ ਉਹਦੀ ਪੋਜੀਸ਼ਨ ਦੇ ਚੇਂਜ ਨੂੰ ਦੱਸਣ ਦੇ ਲਈ ਵਿਦ ਰਿਸਪੈਕਟ ਟੂ ਟਾਈਮ। ਐਗਜ਼ਾਮਪਲ ਭਾਈ ਕਾਈਟ ਉੱਡ ਰਹੀ ਹੈ ਹਵਾ ਦੇ ਵਿੱਚ, ਉਹ 'ਚ ਐਕਸ ਵੀ ਹੋਊਗਾ, ਵਾਈ ਵੀ ਹੋਊਗਾ, ਜ਼ੈਡ ਵੀ ਹੋਊਗਾ। ਕੋਈ ਰੈਂਡਮ ਮੋਸ਼ਨ ਚੱਲ ਰਿਹਾ ਗੈਸ ਮੋਲੀਕਿਊਲ ਦਾ ਪੂਰਾ ਚੈਪਟਰ ਹੈ ਇਹਦੇ ਉੱਤੇ, ਆਪਾਂ ਉਹ ਵੀ ਕਰਾਂਗੇ। ਨੈਕਸਟ ਇਜ਼ ਡਿਸਟੈਂਸ। डिस्टेंस और प्लेसमेंट ਵਿੱਚ एक्चुअल डिफरेंस ਕੀ ਹੈ ਬਹੁਤ ਅੱਛੇ ਤਰੀਕੇ ਨਾਲ ਸਮਝਾਂਗੇ, ਇੰਪੋਰਟੈਂਟ ਹੈ। ਦੇਖੋ डिस्टेंस ਹੁੰਦਾ एक्चुअल लेंथ ਜੋ ਮੇਰੇ ऑब्जेक्ट ने ट्रैवल ਕੀਤੀ ਹੈ ਪਾਥ ਦੀ, ਰਸਤੇ ਦੀ, ਜੋ ਦੀ एक्चुअल लेंथ ਹੈ ਇੱਕ ਗਿਵਨ ਟਾਈਮ ਇੰਟਰਵਲ ਦੇ ਅੰਦਰ। ਫॉर एग्जांपल ਮੈਂ ਗੱਲ ਕਰਾਂ, ਮੇਰੇ ਕੋਲ ਇੱਕ एग्जांपल ਹੈ
ए दो पॉइंट्स है, पॉइंट ए तो लैके ऑब्जेक्ट पॉइंट बी तक गया है। सो लेट्स से उन्होंने डिस्टेंस इतने कवर की है 100 मीटर, मतलब ये रस्ता जो है ये 100 मीटर है। डिस्टेंस मीन्स जो रस्ता उन्हें कवर किया है। सो इट इज द एक्चुअल लेंथ ऑफ द पाथ ट्रेवल बाय एन ऑब्जेक्ट इन द गिवन टाइम इंटरवल। स्केलर क्वांटिटी है, कभी भी नेगेटिव नहीं होंगी। एंड ऐसा यूनिट की गल करिए मीटर होंगी है। स्केलर नहीं पता, इट्स ओके, वैक्टर आएगा प्रॉपरली करा दूंगी मैं, टेंशन ना लो। नेक्स्ट इज डिस्प्लेसमेंट। ਇਹਦੇ ਵਿੱਚ ਸਮਝੋ डिस्प्लेसमेंट ਕੀ ਹੁੰਦੀ ਹੈ। So displacement, it is the shortest distance between the two position of the object in a particular direction during that time। ਦੇਖੋ ਇਹਦੇ ਵਿੱਚ ਹੁੰਦਾ ਕੀ ਹੈ, ਆਪਾਂ ਕੀ ਕਰਦੇ ਹਾਂ, ਕੋਸ਼ਿਸ਼ ਕਰਦੇ ਹਾਂ ਡਾਇਰੈਕਟਲੀ ਫਾਈਨਲ ਔਰ ਇਨੀਸ਼ੀਅਲ ਪੁਆਇੰਟ ਨੂੰ ਮਿਲਾਉਣ ਦੀ। ਇਨੀਸ਼ੀਅਲ ਯਾਨੀ ਜਿੱਥੋਂ ਸ਼ੁਰੂ ਹੋਈ ਸੀ ਜਰਨੀ, ਫਾਈਨਲ ਯਾਨੀ ਜਿੱਥੇ ਜਰਨੀ ਖਤਮ ਹੋਈ ਸੀ। ਜੇ ਮੈਂ ਇੱਦਾਂ ਸਿੱਧੀ ਲਾਈਨ ਖਿੱਚਿਆ, ਦੋਨੋਂ ਪੁਆਇੰਟਸ ਸਿੱਧੇ ਸਿੱਧੇ ਮਿਲ ਜਾਣਗੇ। ਸਭ ਤੋਂ ਛੋਟਾ ਡਿਸਟੈਂਸ, ਸਭ ਤੋਂ ਸ਼ਾਰਟੈਸਟ ਪਾਥ ਇਹ ਦੋ ਪੁਆਇੰਟਸ ਤੇ ਜਾਣ ਦਾ, ਇਹ ਦੋ ਪੁਆਇੰਟਸ ਨੂੰ ਮਿਲਾਉਣ ਦਾ ਇਹੀ ਬਣਦਾ ਸੀ। ਮੈਨੇ ਉਹ ਬਣਾ ਲਿਆ, ਦਿਸ ਇਜ਼ ਡਿਸਪਲੇਸਮੈਂਟ। ਲੈਟਸ ਸੇ ਇਧਰੋਂ ਆਪਾਂ ਨੂੰ 70 ਮੀਟਰ ਦਾ ਪਿਆ। ਸੋ ਇਟ ਇਜ਼ ਦ ਸ਼ਾਰਟੈਸਟ ਡਿਸਟੈਂਸ ਬਿਟਵੀਨ ਦ ਟੂ ਪੋਜੀਸ਼ਨ ਆਫ ਦ ਆਬਜੈਕਟ ਇਨ ਪਰਟੀਕੂਲਰ ਡਾਇਰੈਕਸ਼ਨ ਡਿਊਰਿੰਗ ਦ ਟਾਈਮ given by the vector drawn। vector मैं ਤੁਹਾਨੂੰ ਕਹਿ ਹੀ ਦਿੱਤਾ, ਮੈਂ ਕਰਵਾ ਦੂੰਗੀ। from initial position to final position, it is a vector quantity। SI unit ਇਹਦੀ ਵੀ ਮੀਟਰ ਹੈ। ਨੈਕਸਟ ਇਜ਼ ਡਿਫਰੈਂਸ ਕੀ ਹੈ, ਦੋਨੋਂ ਅਲੱਗ-ਅਲੱਗ ਕਿਉਂ ਪੜ੍ਹੇ ਜਾਂਦੇ ਨੇ। ਸੋ ਡਿਸਟੈਂਸ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਇਹ ਨਾਰਮਲ ਡੈਫੀਨੇਸ਼ਨ ਲਿਖੀ ਹੋਈ ਹੈ। ਇਹ ਸਕੇਲਰ ਹੈ, ਇਹ ਵੈਕਟਰ ਹੈ। ਇਹ ਜੋ ਹੈ ਡਿਸਟੈਂਸ, ਇਹ ਪੋਜ਼ਿਟਿਵ ਹੋ ਸਕਦਾ ਹੈ, ਜ਼ੀਰੋ ਹੋ ਸਕਦਾ। ਜ਼ੀਰੋ ਯਾਨੀ ਜੋ ਆਬਜੈਕਟ ਚੱਲਿਆ ਹੀ ਨਹੀਂ। ਇਧਰ ਗੱਲ ਕਰੀਏ ਡਿਸਪਲੇਸਮੈਂਟ ਪੋਜ਼ਿਟਿਵ, ਨੈਗੇਟਿਵ, ਜ਼ੀਰੋ ਹੋ ਸਕਦਾ ਹੈ। ਹੁਣ ਤੁਸੀਂ ਕਹੋਗੇ ਮੈਮ ਦੋ ਪੁਆਇੰਟਸ ਦੇ ਵਿੱਚ ਦਾ ਡਿਸਟੈਂਸ ਜ਼ੀਰੋ ਜਾਂ ਨੈਗੇਟਿਵ ਕਿਵੇਂ ਹੋ ਸਕਦਾ ਹੈ, ਉਹ ਮੈਂ ਦੱਸਦੀ ਹਾਂ। ਦੇਖੋ ਫੋਰ ਐਗਜ਼ਾਮਪਲ, ਇੱਕ ਬੰਦਾ ਇੱਥੋਂ ਸ਼ੁਰੂ ਹੋਇਆ, ਗਿਆ 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 ਗਿਆ, ਘੁੰਮ ਫਿਰ ਕੇ ਇੱਥੇ ਹੀ ਆ ਗਿਆ। ਡਿਸਟੈਂਸ ਪੁੱਛਾ ਤੁਹਾਡੇ ਤੋਂ, ਤੁਸੀਂ 2πr ਲਾ ਕੇ ਸਰਕਮਫਰੈਂਸ ਕੱਢ ਦੋਗੇ ਸਰਕਲ ਦਾ, ਜਾਂ ਡਾਇਰੈਕਟਲੀ ਵੀ ਚਲੋ ਮੈਜਰਿੰਗ ਟੇਪ ਜਾਂ ਕੁਛ ਵੀ ਤਰੀਕੇ ਨਾਲ ਡਿਸਟੈਂਸ ਦੱਸ ਸਕਦੇ ਹੋ। ਡਿਸਪਲੇਸਮੈਂਟ ਕੀ ਕਹੋਗੇ ਤੁਸੀਂ, ਕੀ ਕਹੋਗੇ ਮੈਮ ਜਿੱਥੋਂ ਸ਼ੁਰੂ ਹੋਇਆ ਉੱਥੇ ਹੀ ਖਤਮ ਹੋ ਗਿਆ। ਦੈਟ ਮੀਨਸ ਫਾਈਨਲ ਵੀ ਹੈ, ਇਨੀਸ਼ੀਅਲ ਵੀ ਹੈ, ਤਾਂ ਡਿਸਪਲੇਸਮੈਂਟ ਕਿੰਨੀ ਆ ਗਈ, ਜ਼ੀਰੋ। ਨੈਗੇਟਿਵ ਕਿਉਂਕਿ ਵੈਕਟਰ ਹੈ। ਫॉर एग्जांपल कोई ਇੰਨਾ ਗਿਆ ਅੱਗੇ और लेट्स से वापस ਇੰਨਾ ਚਲਾ ਗਿਆ। फॉर एग्जांपल ਇੰਨਾ ਇਸ ਡਾਇਰੈਕਸ਼ਨ 'ਚ ਗਿਆ, ਫਿਰ ਮੁੜ ਕੇ ਉਹ ਇੰਨਾ ਇਸ ਡਾਇਰੈਕਸ਼ਨ 'ਚ ਗਿਆ। ਸੋ ਹੁਣ ਇਨੀਸ਼ੀਅਲ ਇਹ ਹੈ, ਫਾਈਨਲ ਇਹ ਹੈ। ਇਹ ਦੋ ਪੁਆਇੰਟਸ ਨੂੰ ਇੱਦਾਂ ਮਿਲਾਵਾਂਗੇ ਤਾਂ ਇਸ ਕੇਸ 'ਚ ਆਪਾਂ ਕਹਿ ਸਕਦੇ ਹਾਂ ਕਿ ਜੋ ਡਿਸਪਲੇਸਮੈਂਟ ਹੈ ਉਹ ਨੈਗੇਟਿਵ ਹੈ। ਬਾਕੀ ਹੋਰ ਐਗਜ਼ਾਮਪਲਸ ਆਪਾਂ ਵੈਕਟਰ ਦੇ ਵਿੱਚ ਪੜਾਂਗੇ। ਨੈਕਸਟ ਇਜ਼ ਇਹ ਜੋ ਹੈ ਡਿਸਟੈਂਸ ਦੇ ਬਰਾਬਰ ਹੋ ਸਕਦਾ ਹੈ, ਘੱਟ ਹੋ ਸਕਦਾ ਹੈ। ਰਿਮਾਰਕ ਮਾਈ ਪੁਆਇੰਟ, ਇਹ ਕਦੇ ਵੀ ਡਿਸਟੈਂਸ ਤੋਂ ਜ਼ਿਆਦਾ ਨਹੀਂ ਹੋਗਾ, ਕਿਉਂਕਿ ਇਹਦਾ ਮਤਲਬ ਕੀ ਹੈ, ਇਹਦਾ ਮਤਲਬ ਹੀ ਸ਼ਾਰਟੈਸਟ ਡਿਸਟੈਂਸ ਹੈ। ਤਾਂ ਡਿਸਟੈਂਸ ਤੋਂ ਐਕਚੁਅਲ ਪਾਥ ਲੈਂਥ ਤੋਂ ਕਿਵੇਂ ਜ਼ਿਆਦਾ ਹੋ ਸਕਦਾ ਹੈ। ਸੋ ਰਿਮੈਂਬਰ ਇਹ ਬਰਾਬਰ ਕਦੋਂ ਹੋਏਗਾ, ਲੈਟਸ ਸੇ ਮੈਂ ਸ਼ੁਰੂ ਇੱਥੋਂ ਹੀ ਔਰ ਇੱਥੇ ਚਲੇ ਕੇ ਇੱਦਾਂ ਚਲੀ ਗਈ। ਮੈਨੇ ਆ ਪਾਥ ਨਹੀਂ ਲਿੱਤਾ, ਮੈਨੇ ਸਿੱਧਾ ਪਾਥ ਲੈ ਲਿਆ, ਤਾਂ ਡਿਸਪਲੇਸਮੈਂਟ ਵੀ ਸੇਮ, ਡਿਸਟੈਂਸ ਵੀ ਸੇਮ। ਤਾਂ ਇਕੁਅਲ ਹੋ ਸਕਦਾ, ਘੱਟ ਹੋ ਸਕਦਾ, ਲੇਕਿਨ ਕਦੇ ਵੀ ਬਰਾਬਰ ਨਹੀਂ ਹੋ ਸਕਦਾ। ਓਕੇ, ਰਹੀ ਗੱਲ ਹੈ ਕੁਐਸਚਨਸ ਦੇ ਬੱਚੇ, ਕੁਐਸਚਨ ਮੈਂ ਸੋਚ ਰਹੀ ਹਾਂ ਕਿ ਆਪਾਂ ਇੱਕ ਲਾਈਵ ਸੈਸ਼ਨ ਰੱਖ ਲਈਏ, ਇਕੱਠੇ ਕਰ ਲਾਂਗੇ। ਸੋ ਦੇਖਦੇ ਹਾਂ, ਚੈਪਟਰ ਖਤਮ ਹੋਣ ਤੋਂ ਬਾਅਦ ਕਮੈਂਟ ਕਰ ਦਿਓ, ਇੱਕ ਲਾਈਵ ਸੈਸ਼ਨ ਰੱਖ ਕੇ ਇਕੱਠੇ ਕਰ ਲਾਂਗੇ। ਮੈਨੂੰ ਇੱਕ ਸੈਕਿੰਡ ਦਿਓ, ਮੈਂ PDF ਚੇਂਜ ਕਰ ਲਾਂ। ਓਕੇ, ਨੈਕਸਟ ਇਜ਼ ਦੇਖੋ ਹੁਣ ਤੱਕ ਆਪਾਂ ਗੱਲ ਕੀਤੀ ਹੈ ਮੋਸ਼ਨ ਆਫ ਦਾ ਆਬਜੈਕਟ ਇਜ਼ ਸਟ੍ਰੇਟ ਲਾਈਨ ਦੇ ਵਿੱਚ। ਹੁਣ ਆਪਾਂ ਡਿਸਟੈਂਸ ਤੋਂ ਅੱਗੇ ਵਧਾਂਗੇ ਸਪੀਡ ਐਂਡ ਵੈਲੋਸਿਟੀ ਦੇ। ਸਪੀਡ ਕੀ ਹੁੰਦੀ ਹੈ, ਇਟ ਇਜ਼ ਦ ਰੇਸ਼ੀਓ ਆਫ ਵੇਟ, इट इज़ द रेशियो ऑफ बेसिकली डिस्टेंस एंड टाइम। रेशियो भी नहीं कह सकते, रेशियो वर्ड थोड़ा यूज़ करना सही नहीं होगा। इट इज़ डिफाइंड एज द टाइम रेट ऑफ कवरिंग द डिस्टेंस बाय एन ऑब्जेक्ट। हुंदा की है पर्टिकुलर टाइम ਦੇ ਵਿੱਚ ਕਿੰਨਾ डिस्टेंस कवर कर सकिया, ਉਹਨੂੰ डिवाइड करके डिस्टेंस अपॉन टाइम ਆਪਾਂ ਨੂੰ स्पीड ਦਿੰਦਾ है। फॉर एग्जाम्पल डिस्टेंस इज 100 मीटर, टाइम लग गया 10 सेकेंड। सो मेरी स्पीड कितनी होएगी, आई विल डू 100/10, that would be 10 meter per second। I would be covering 10 meter every second। हर सेकेंड में 10 मीटर चल देगी, 100 मीटर की जर्नी मेरी 10 सेकेंड में खत्म हो जाएगी। नेक्स्ट इज ये कुछ पॉइंट्स हैं। यूनिट इज अ स्केलर क्वांटिटी, क्योंकि ये डिस्टेंस यूज होया, टाइम ऑलरेडी स्केलर है, सो इट इज ऑल्सो स्केलर। टेंशन ना लो, आप करांगे स्केलर वैक्टर। ऐसा यूनिट ऑफ स्पीड की गल करिए मीटर पर सेकेंड, क्योंकि डिस्टेंस अपॉन टाइम है। डिस्टेंस की यूनिट मीटर और टाइम की सेकेंड। डायमेंशनल फॉर्मूला लिखना आना चाहिए। मास ये यूज होया नहीं है, डिस्टेंस यूज होया है और टाइम यूज होया है। नैक्सट इज स्पीड ऑफ एन ऑब्जेक्ट टेल्स
ਕਿ ਉਹ ਕਿੰਨਾ ਫਾਸਟ ਚੱਲ ਰਿਹਾ, ਲੇਕਿਨ ਡਾਇਰੈਕਸ਼ਨ ਦਾ ਤਾਂ ਪਤਾ ਹੀ ਨਹੀਂ ਲੱਗ ਰਿਹਾ ਬਾਈ, ਅੱਗੇ ਜਾ ਰਿਹਾ, ਇੱਧਰ ਜਾ ਰਿਹਾ, ਕਿੱਧਰ ਜਾ ਰਿਹਾ। ਲੇਕਿਨ ਵੈਲੋਸਿਟੀ ਇਹਦੀ ਗੱਲ ਕਰਦੀ ਹੈ। ਵੈਲੋਸਿਟੀ ਨੂੰ ਪੜ੍ਹਨ ਤੋਂ ਪਹਿਲਾਂ ਦੋ ਤਰ੍ਹਾਂ ਦੀ ਸਪੀਡ ਹੁੰਦੀ ਹੈ, ਉਹਦੀ ਗੱਲ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਆਉਂਦੀ ਹੈ ਐਵਰੇਜ ਸਪੀਡ। ਇਟ ਇਜ਼ ਡਿਫਾਈਨਡ ਐਜ਼ ਦ ਟੋਟਲ ਪਾਥ ਲੈਂਥ ਟਰੈਵਲਡ ਡਿਵਾਈਡਡ ਬਾਈ ਦ ਟੋਟਲ ਟਾਈਮ। ਸਿੰਪਲ ਜੀ ਗੱਲ ਹੈ, ਮੈਂ ਗਈ ਹਾਂ ਲੈਟਸ ਸੇ, ਚਲੋ ਇੱਦਾਂ ਵੀ ਨਹੀਂ ਕਹਿੰਦੇ, ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ ਕਿ ਮੈਂ ਪਹਿਲਾਂ ਇੱਦਾਂ ਗਈ, ਫਿਰ ਇੱਦਾਂ ਗਈ, ਇੱਦਾਂ ਗਈ, ਇੱਦਾਂ ਗਈ, ਮਤਲਬ ਕਾਫੀ ਲੰਬਾ ਪਾਥ ਕੀਤਾ, ਲੇਕਿਨ ਇਹਦੇ ਵਿੱਚ ਪਾਥ ਲੈਂਥ ਅਲੱਗ ਅਲੱਗ ਰਹੀ ਹੈ ਹਰ ਏਰੀਆ ਦੀ, ਹਰ ਪਰਟੀਕੂਲਰ ਜਗ੍ਹਾ ਦਾ ਟਾਈਮ ਅਲੱਗ ਅਲੱਗ ਲਿਆ। ਇਹਦੇ ਵਿੱਚ ਆਪਾਂ ਕੀ ਕਰਾਂਗੇ, ਪੂਰੀ ਜਰਨੀ ਦੀ ਇੱਕ ਐਵਰੇਜ ਕੱਢਣ ਦੇ ਲਈ, ਜਿਵੇਂ ਮੈਂ ਐਗਜ਼ਾਮਪਲ ਲਵਾਂ ਕਿ ਮੈਂ ਕਿਸੇ ਹਿਲ ਸਟੇਸ਼ਨ ਗਈ ਹਾਂ, ਲੇਕਿਨ ਉਹਦੇ ਵਿੱਚ ਮੈਂ 3 ਬ੍ਰੇਕਸ ਲਿੱਤੀਆਂ ਨੇ। ਪਹਿਲੇ ਦੇ ਵਿੱਚ ਮੈਂ ਪੂਰਾ ਇੰਟਰਸਟਿਡ ਸੀ ਜਰਨੀ ਦੇ ਵਿੱਚ, ਮੈਂ ਫੁੱਲ ਭਜਾਇਆ। ਸੈਕਿੰਡ ਹਾਫ ਦੇ ਵਿੱਚ, ਸੌਰੀ, I thought I was about to sneeze. Okay, ਸੋ ਸੈਕਿੰਡ ਪਾਰਟ ਆਫ ਦ ਜਰਨੀ ਦੇ ਵਿੱਚ ਮੈਂ ਥੋੜ੍ਹਾ ਥੱਕ ਗਈ, ਮੈਨੇ ਬਹੁਤ ਘੱਟ ਸਪੀਡ 'ਤੇ ਆਪਣੀ ਬਾਈਕ ਨੂੰ ਭਜਾਇਆ। ਐਂਡ ਲਾਸਟ ਦੇ ਵਿੱਚ ਮੈਂ ਬਿਲਕੁਲ ਹੀ ਥੱਕ ਚੁੱਕੀ ਸੀ, ਮੈਨੇ ਬਹੁਤ ਹੀ ਘੱਟ ਸਪੀਡ 'ਤੇ ਆਪਣੀ ਬਾਈਕ ਨੂੰ ਭਜਾਇਆ। ਸੋ ਮੈਂ ਇੱਕ ਐਵਰੇਜ ਦੇਖਣਾ ਚਾਹੁੰਦੀ ਹਾਂ, ਸੋ ਮੈਂ ਕਿਵੇਂ ਕਰੂੰਗੀ, ਟੋਟਲ ਪਾਥ ਲੈਂਥ ਅਪੋਨ ਟੋਟਲ ਟਾਈਮ ਇੰਟਰਵਲ। ਨੈਕਸਟ ਇਜ਼ ਇੰਸਟੈਂਟੇਨੀਅਸ ਸਪੀਡ। ਇੰਸਟੈਂਟੇਨੀਅਸ ਸਪੀਡ ਕੀ ਹੁੰਦਾ ਹੈ, ਇਹਦੇ ਵਿੱਚ ਆਪਾਂ ਪਰਟੀਕੂਲਰ ਉਸੀ ਇੰਸਟੈਂਟ 'ਤੇ ਸਪੀਡ ਚੈੱਕ ਕਰਦੇ ਹਾਂ ਕਿ ਹੈ ਕੀ ਆਬਜੈਕਟ ਦੀ। ਸੋ ਇਟ ਇਜ਼ ਡਿਫਾਈਨਡ ਐਜ਼ ਦ ਲਿਮਿਟਿੰਗ ਵੈਲਿਊ ਆਫ ਐਵਰੇਜ ਸਪੀਡ ਐਜ਼ ਦ ਟਾਈਮ ਇੰਟਰਵਲ ਬਿਕਮਸ ਇਨਫਾਈਨਾਈਟੈਸਿਮਲੀ ਸਮਾਲ। ਹੁੰਦਾ ਕੀ ਹੈ, ਟਾਈਮ ਇੰਟਰਵਲ ਅਪਰੋਕਸੀਮੇਟਲੀ ਟੈਂਡਸ ਟੂ 0। ਆਪਾਂ ਇੰਨਾ ਛੋਟਾ ਟਾਈਮ ਇੰਟਰਵਲ, ਯਾਨੀ ਬਿਲਕੁਲ ਇੱਕ ਇੰਸਟੈਂਟ 'ਤੇ ਦੇਖਦੇ ਹਾਂ ਕਿ ਸਪੀਡ ਕੀ ਹੈ। ਸੋ ਇੰਸਟੈਂਟੇਨੀਅਸ ਸਪੀਡ ਕਿਵੇਂ ਨਿਕਲਦੀ ਹੈ, dx/dt ਕਰਕੇ, ਜਦਕਿ ਆਪਾਂ ਐਵਰੇਜ ਸਪੀਡ ਦੀ ਗੱਲ ਕਰੀਏ ਉਹ ਮੋਸਟਲੀ ਇੱਦਾਂ ਨਿਕਲਦੀ ਹੈ ਸਿੰਪਲੀ। ਨੈਕਸਟ ਇਜ਼ ਇੰਸਟੈਂਟੇਨੀਅਸ ਸਪੀਡ ਇਜ਼ ਦ ਮੈਗਨੀਟਿਊਡ ਆਫ ਦ ਇੰਸਟੈਂਟੇਨੀਅਸ ਵੈਲੋਸਿਟੀ। ਕਿਉਂਕਿ ਜਦੋਂ ਆਪਾਂ ਕਿਸੇ ਇੰਸਟੈਂਟ 'ਤੇ ਗੱਲ ਕਰਦੇ ਹਾਂ, ਆਪਾਂ ਨੂੰ ਉਦੋਂ ਡਾਇਰੈਕਸ਼ਨ ਤੋਂ ਮਤਲਬ ਨਹੀਂ ਹੈ। ਆਪਾਂ ਕਹਿ ਸਕਦੇ ਹਾਂ ਕਿ ਉਸ ਟਾਈਮ 'ਤੇ ਜੋ ਸਪੀਡ ਹੈ ਉਹੀ ਉਸ ਇੰਸਟੈਂਟੇਨੀਅਸ ਵੈਲੋਸਿਟੀ ਦਾ ਮੈਗਨੀਟਿਊਡ ਹੋਊਗਾ। ਮੈਗਨੀਟਿਊਡ ਮੀਨਸ, ਦੇਖੋ ਥੋੜ੍ਹਾ ਜਿਹਾ ਦੱਸਣਾ ਪਏਗਾ ਵੈਕਟਰਸ ਦਾ, ਵਰਨਾ ਤੁਹਾਨੂੰ ਇਹ ਚੀਜ਼ ਸਮਝ ਨਹੀਂ ਆਏਗੀ। ਸੁਣੋ, ਹੁੰਦਾ ਕੀ ਹੈ ਨਾ, ਵੈਕਟਰਸ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਮੈਗਨੀਟਿਊਡ ਐਂਡ ਇੱਕ ਡਾਇਰੈਕਸ਼ਨ। ਲੇਕਿਨ ਜਦੋਂ ਆਪਾਂ ਸਕੇਲਰ ਕੁਆਂਟਿਟੀ ਗੱਲ ਕਰਦੇ ਹਾਂ, ਉਹਦੇ ਕੋਲ ਸਿਰਫ ਮੈਗਨੀਟਿਊਡ ਹੁੰਦਾ, ਡਾਇਰੈਕਸ਼ਨ ਨਹੀਂ ਹੁੰਦੀ। ਸੋ ਜਦੋਂ ਆਪਾਂ ਵੈਕਟਰ ਦੀ ਗੱਲ ਕਰੀਏ, ਵੈਕਟਰ ਦੇ ਵਿੱਚ ਆਪਾਂ ਦੋ ਚੀਜ਼ਾਂ ਦੀ ਗੱਲ ਕਰਦੇ ਹਾਂ। ਮੈਗਨੀਟਿਊਡ ਵੁੱਡ ਬੀ 10, 9 ਔਰ ਐਨੀਥਿੰਗ, ਇਟ ਕੁਡ ਬੀ ਐਨੀਥਿੰਗ। ਡਾਇਰੈਕਸ਼ਨ ਤੁਹਾਨੂੰ ਪਤਾ ਹੀ ਹੈ। ਸੋ ਆਪਾਂ ਇੱਥੇ ਗੱਲ ਕਰ ਰਹੇ ਹਾਂ ਕਿ ਜੇ ਮੈਂ ਵੈਲੋਸਿਟੀ ਦੀ ਡਾਇਰੈਕਸ਼ਨ ਨੂੰ ਨਾ ਦੇਖਾਂ, ਸਿਰਫ ਮੈਗਨੀਟਿਊਡ ਨੂੰ ਦੇਖਾਂ, ਤਾਂ ਆਬਵੀਅਸਲੀ ਜੇ ਮੈਂ ਇੱਕ ਇੰਸਟੈਂਟ 'ਤੇ ਦੇਖ ਰਹੀ ਹਾਂ ਤਾਂ ਵੈਲੋਸਿਟੀ ਔਰ ਸਪੀਡ ਤਾਂ ਸੇਮ ਹੀ ਹੋਣਗੇ। ਇਨ ਅ ਡੇਲੀ ਲਾਈਫ ਜੋ ਆਪਣਾ ਸਪੀਡੋਮੀਟਰ ਹੁੰਦਾ ਹੈ ਮੋਟਰ ਵਹੀਕਲਸ ਦੇ ਵਿੱਚ, ਜੋ ਤੁਹਾਡਾ ਇੱਦਾਂ ਲੱਗਿਆ, ਤੁਹਾਡਾ ਉਹ ਕਾਂਟਾ ਘੁੰਮਦਾ ਜਿਵੇਂ ਜਿਵੇਂ ਤੁਸੀਂ ਭਜਾਨੇ ਜਾਂਦੇ ਹੋ ਆਪਣੀ ਬਾਈਕ ਨੂੰ। ਸੋ ਇਟ ਗਿਵਸ ਦ ਮੈਜਰ ਆਫ ਇੰਸਟੈਂਟੇਨੀਅਸ ਸਪੀਡ, ਪਰਟੀਕੂਲਰ ਉਸ ਇੰਸਟੈਂਟ 'ਤੇ ਕਿੰਨੀ ਸਪੀਡ ਹੈ ਤੁਹਾਡੇ ਵਹੀਕਲ ਦੀ। ਨੈਕਸਟ ਇਜ਼ ਵੈਲੋਸਿਟੀ, ਜਿਹਦੀ ਮੈਂ ਗੱਲ ਕਰ ਰਹੀ ਸੀ। ਇਟ ਇਜ਼ ਅ ਰੇਟ ਆਫ ਚੇਂਜ ਆਫ ਡਿਸਪਲੇਸਮੈਂਟ ਆਫ ਐਨ ਆਬਜੈਕਟ, ਐਂਡ ਡਿਸਪਲੇਸਮੈਂਟ ਯੂਜ਼ ਹੋ ਗਿਆ ਤਾਂ ਵੈਕਟਰ ਕੁਆਂਟਿਟੀ ਬਣ ਚੁੱਕੀ ਹੈ, ਸਿੰਪਲੀ ਚੇਂਜ ਆਫ ਡਿਸਪਲੇਸਮੈਂਟ ਅਪੋਨ ਟਾਈਮ। ਵੈਕਟਰ ਕੁਆਂਟਿਟੀ ਹੈ, ਬਾਕੀ ਬਿਲਕੁਲ ਸੇਮ ਚੀਜ਼ਾਂ ਨੇ। ਬਾਕੀ ਗ੍ਰਾਫ ਦੀ ਗੱਲ ਕਰੀਏ, ਗ੍ਰਾਫ ਆਪਾਂ ਇਹਦੇ ਬਣਾਉਂਦੇ ਹਾਂ, ਪੋਜ਼ੀਟਿਵ ਵੈਲੋਸਿਟੀ, ਨੈਗੇਟਿਵ ਵੈਲੋਸਿਟੀ ਐਂਡ ਆਬਜੈਕਟ ਐਟ ਰੈਸਟ ਦੀ। ਦੇਖੋ ਟਾਈਮ ਵੱਧ ਰਿਹਾ, ऑब्जेक्ट ਦੀ ਪੋਜੀਸ਼ਨ ਜੋ ਹੈ ਚੇਂਜ ਹੁੰਦੀ ਜਾ ਰਹੀ ਹੈ। ਪਹਿਲਾਂ ਲੈਟਸ ਸੇ 2 ਸੀ, 4 ਸੀ, 6 ਹੋ ਗਈ, 8 ਹੋ ਗਈ। ਨੈਗੇਟਿਵ ਵੈਲੋਸਿਟੀ ਦੇ ਵਿੱਚ ਕੀ ਹੋ ਰਿਹਾ ਹੈ, ਟਾਈਮ ਵੱਧ ਰਿਹਾ ਹੈ। ਪਹਿਲਾ ਆਬਜੈਕਟ ਦੀ ਪੋਜੀਸ਼ਨ ਲੈਟਸ ਸੇ, ਵੇਟ ਆਪਾਂ ਗਲਤ ਦੇਖ ਲਿਆ ਥੋੜ੍ਹਾ ਜਿਹਾ, ਸੌਰੀ ਮਾਈ ਬੈਡ। ਪਰਟੀਕੂਲਰ ਟਾਈਮ ਲੈਟਸ ਸੇ 1 ਸੈਕਿੰਡ 'ਤੇ ਕਿੰਨੀ ਪੋਜੀਸ਼ਨ ਬਣ ਰਹੀ ਹੈ, ਲੈਟਸ ਸੇ 1 ਮੀਟਰ। 2 ਸੈਕਿੰਡ 'ਤੇ ਦੇਖਿਆ ਜਾਏ, ਲੈਟਸ ਸੇ ਪੋਜੀਸ਼ਨ ਬਣ ਰਹੀ ਹੈ 3 ਮੀਟਰ। ਤਾਂ ਆਪਾਂ ਕਹਿ ਸਕਦੇ ਹਾਂ, ਚਲੋ 2 ਮੀਟਰ ਹੀ ਲਾ ਲਓ, ਸਿਮੈਟਰੀ ਰੱਖਦੇ ਹਾਂ ਫਿਲਹਾਲ। ਸੋ ਇਟ ਇਜ਼ ਪੋਜ਼ੀਟਿਵ ਵੈਲੋਸਿਟੀ। ਨੈਗੇਟਿਵ ਵੈਲੋਸਿਟੀ ਦੇ ਵਿੱਚ ਕੀ ਹੁੰਦਾ ਹੈ, ਟਾਈਮ ਹਜੇ 1 ਸੈਕਿੰਡ ਹੋਇਆ ਔਰ ਵੈਲਿਊ ਹੈਗੀ ਹੈ ਲੈਟਸ ਸੇ 8 ਸੈਕਿੰਡ, ਲੇਕਿਨ ਜਿਵੇਂ ਟਾਈਮ ਵਧਿਆ 2 ਸੈਕਿੰਡ ਹੋਇਆ, ਮੇਰੀ ਵੈਲਿਊ ਕਿੰਨੀ ਆ ਗਈ 6 ਸੈਕਿੰਡ। ਯਾਨੀ ਇਹਦੇ ਵਿੱਚ ਜੋ ਮੇਰਾ ਪੋਜੀਸ਼ਨ ਹੈ, ਚੇਂਜ ਇਨ ਪੋਜੀਸ਼ਨ, ਉਹਦੀ ਵੈਲਿਊ ਡਿਕਰੀਜ਼ ਹੋ ਰਹੀ ਹੈ। ਸੋ ਇੱਥੇ ਵੈਲੋਸਿਟੀ ਕੀ ਹੈ, ਨੈਗੇਟਿਵ ਹੈ। ऐसे देखो टाइम 1 सेकेंड, 2 सेकेंड, 3 सेकेंड, पोजीशन लेट से 8 है तो 8 ही रह रही है। दिस इज द ऑब्जेक्ट एट रेस्ट। नेक्स्ट इज वेलोसिटी, दो टाइप्स, सेम डिटो सेम है। आई डोंट थिंक आई नीड टू एक्सप्लेन दिस।
ਨੈਕਸਟ ਅੱਗੇ ਚੱਲਦੇ ਹਾਂ ਇਸੇ ਦੇ ਵਿੱਚ। ਹਾਂ, ਥੋੜੀ ਗੱਲ ਜ਼ਰੂਰ ਕਰਾਂਗੇ, ਇੱਦਾਂ ਛੱਡਦੀ ਨੇ ਟੌਪਿਕ ਨੂੰ। ਐਵਰੇਜ ਵੈਲੋਸਿਟੀ ਦੇ ਵਿੱਚ ਆਪਾਂ ਕੀ ਕਰਦੇ ਹਾਂ, ਜਿਵੇਂ ਮੈਨੇ ਕਿਹਾ ਸੀ, ਲੈਟ ਸੇ ਮੈਂ O ਪੁਆਇੰਟ ਤੋਂ A ਤੇ ਗਈ, A ਤੇ B ਤੇ ਗਈ, ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਹੈ, ਡਿਸਟੈਂਸ ਹੈ x1, ਇਹਨਾਂ ਦੋਨਾਂ ਦੇ ਵਿੱਚ ਵੇਟ, I just need to take some water, give me some time. Thank you. ਡਿਸਟੈਂਸ ਦੀ ਗੱਲ ਕਰੀਏ, O ਤੇ A ਦੇ ਵਿੱਚ x1 ਹੈ, O ਤੇ B ਦੇ ਵਿੱਚ x2 ਹੈ। ਐਵਰੇਜ ਵੈਲੋਸਿਟੀ ਲਿਖਣੀ ਹੋਏ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਹੈ। ਦੇਖੋ x2 ਮਾਈਨਸ x1, ਕਿਉਂ? ਕਿਉਂਕਿ ਮੈਂ ਦੇਖਣਾ ਚਾਹ ਰਹੀ ਹਾਂ t1 ਤੇ t2 ਟਾਈਮ ਦੇ ਵਿੱਚ ਐਵਰੇਜ। ਸੋ ਮੈਨੇ ਕੁਛ ਨਹੀਂ ਕੀਤਾ, ਚੇਂਜ ਇਨ ਵੈਲੋਸਿਟੀ ਲਿੱਤਾ। ਚੇਂਜ ਇਨ ਵੈਲੋਸਿਟੀ ਕੀ ਹੈ? ਦੇਖੋ x2 ਮਾਈਨਸ x1 ਆਪਾਂ ਨੂੰ ਇੰਨਾ ਏਰੀਆ ਦੇ ਦੇਗਾ, ਇੰਨਾ ਏਰੀਆ ਨਹੀਂ ਸੌਰੀ ਇੰਨਾ ਡਿਸਟੈਂਸ ਦੇ ਦੇਗਾ, ਔਰ ਟਾਈਮ ਦਾ ਡਿਫਰੈਂਸ ਕਿੰਨਾ ਹੈ? t2 ਮਾਈਨਸ t1। ਟੋਟਲ ਜਰਨੀ 'ਚ ਟਾਈਮ ਲੱਗਿਆ t2, ਇੰਨੇ 'ਚ ਲੱਗਿਆ t1, ਸੋ t1 ਮਾਈਨਸ t2 ਮੈਨੂੰ ਪਰਟੀਕੂਲਰਲੀ ਇੰਨੀ ਜਰਨੀ ਦਾ ਟਾਈਮ ਡਿਊਰੇਸ਼ਨ ਦੇ ਦੇਗਾ। ਸਿੰਪਲ। ਨੈਕਸਟ ਇਜ਼ ਇਫ ਅ ਪਾਰਟੀਕਲ ਕ੍ਰੋਸ ਕਿਉਂ ਨਹੀਂ ਹੋ ਰਿਹਾ? ਓਕੇ, if a particle travels with velocity, let's say v1 v2 v3 up to vn for n equal time intervals, यानी टाइम इंटरवल सेम है, n लेट से मैं 2 ले लेनी है, हर 2 सेकेंड ਉਹਦੀ ਵੈਲੋਸਿਟੀ ਕੁਛ ਡਿਫਰੈਂਟ ਹੈ। ਲਾਈਕ ਪਹਿਲੇ 'ਚ ਕੋਈ 3 ਸੈਕਿੰਡ 3 ਮੀਟਰ ਪਰ ਸੈਕਿੰਡ, ਨੈਕਸਟ 5 ਮੀਟਰ ਪਰ ਸੈਕਿੰਡ, ਫਿਰ 7 ਮੀਟਰ ਪਰ ਸੈਕਿੰਡ। ਮੈਨੇ ਕੀ ਕਰਨਾ ਹੈ, अगर मैं V एवरेज देखनी है, सिंपल मीन ले लो। मीन की करना है V1 V2 up to Vn प्लस करके नीचे जिन्नी टर्म्स है उतना डिवाइड कर दो। अगर 2 है तो V1 प्लस V2 अपॉन 2, सिंपल। लेकिन अगर थोड़ी टाइम इंटरवल सेम नहीं है, तो डिस्टेंस सेम है कि लेट से जर्नी 3 हाफ्स ਦੇ ਵਿੱਚ डिवाइड है, x मीटर x मीटर x मीटर, डिस्टेंस सेम है, टाइम अलग अलग है। पहला डिस्टेंस x मीटर मैंने 10 मिनट या 10 ਸੈਕਿੰਡ 'ਚ ਕਵਰ ਕਰਤਾ, ਅਗਲੇ ਨੂੰ ਯਾਰ 8 ਸੈਕਿੰਡ ਹੀ ਲੱਗੇ, ਲੇਕਿਨ ਉਸ ਤੋਂ ਅਗਲੇ ਨੂੰ 15 ਸੈਕਿੰਡ ਲੱਗ ਗਏ। ਇੱਥੇ ਮੈਂ ਐਵਰੇਜ ਵੈਲੋਸਿਟੀ ਕੱਢਾਂ ਜਾਂ ਐਵਰੇਜ ਸਪੀਡ ਕੱਢਾਂ, ਤਾਂ ਇੱਥੇ ਆਪਾਂ ਕੀ ਕਰਾਂਗੇ, V ਐਵਰੇਜ 2v1 v2 upon v1 plus v2। ਇਹ ਫਾਰਮੂਲਾ ਕਿੱਦਾਂ ਡਰਾਈਵ ਹੁੰਦਾ? ਸਿੰਪਲੀ 1 upon v average equals to 1 upon v1 plus 1 upon v2 plus up to vn ਕਰਕੇ ਮਲਟੀਪਲਾਈ ਕਰਦੇ ਹਾਂ 1 upon n ਦੇ ਨਾਲ। ਇੰਨਾ ਯਾਦ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੈ। ਮੇਨ ਫਾਰਮੂਲਾ ਨਿਊਮੈਰੀਕਲਸ ਦੇ ਲਈ ਜੋ ਤੁਹਾਨੂੰ ਯਾਦ ਰੱਖਣਾ ਹੈ, ਇਕੁਅਲ ਟਾਈਮ ਇੰਟਰਵਲ ਤੇ ਇਹ ਯੂਜ਼ ਹੁੰਦਾ, ਇਕੁਅਲ ਡਿਸਟੈਂਸ ਇੰਟਰਵਲ ਤੇ ਇਹ ਯੂਜ਼ ਹੁੰਦਾ। ਸਿੰਪਲ। ਨੈਕਸਟ ਇਜ਼ इंस्टेंटेनियस वेलोसिटी, सेम एज द इंस्टेंटेनियस स्पीड, कोई ज़रूरत नहीं है समझाने की। एक चीज़ मैं थोड़ा दसी सी वही गल लिखी हुई है, इंस्टेंटेनियस स्पीड किसी भी टाइम के बराबर होंगी है मैगनीट्यूड ऑफ इंस्टेंटेनियस वेलोसिटी के। डिफरेंस की गल करिए, सेम एज डिस्टेंस एंड डिसप्लेसमेंट, बिल्कुल सेम रहेगा। डेफिनेशन लिखो, स्केलर वैक्टर लिखो, जीरो हो सकते लेकिन नैगेटिव नहीं हो सकती, पॉजिटिव हो सकती है, ये तीनों हो सकती है। सिंपली दस दो। लास्ट लाइन थोड़ी देख लो, ये इंपॉर्टेंट है क्योंकि स्पीड सानू सिर्फ ये दसेगी कि मेरा ऑब्जेक्ट कितना फास्ट मूव कर रहा है, लेकिन वेलोसिटी मेरी दसेगी कि मेरा ऑब्जेक्ट कितना फास्ट मूव कर रहा है, साथ ही साथ डायरेक्शन भी दसूगी कि किहड़ी डायरेक्शन दे विच मेरा जो ऑब्जेक्ट है वो मूव कर रहा है। राइट। नैक्सट न्यूमेरिकल प्रॉब्लम्स है, तुसीं कहो तो हुणे डिस्कस करनी है तो कर लैंदे आ, नहीं तो ਉਹਦੇ ਵਿੱਚ कर लांगे। बाकी चलो MCQs कर लांगे, 2 प्रॉब्लम जरूर डिस्कस कर लैंदे आ। फर्स्ट क्वेश्चन इज एक कार है जो कि लेट से OP पॉइंट जोड़ा है ਆਪਾਂ ਨੂੰ मार्क कर ਲੈਂਦੇ ਆ, ਉਹਦੇ along straight line ਤੇ motion कर रही है। It moves from O to P in 18 seconds and returns from P to Q in 6 seconds. And what are the average velocity and average speed of the car ਜਦੋਂ O to P ਗਏ? ਸੋ O to P ਦੀ ਗੱਲ ਕਰੀਏ, ਦੇਖੋ ਐਵਰੇਜ ਵੈਲੋਸਿਟੀ ਕੱਢਾਂਗੇ ਦੈਨ ਐਵਰੇਜ ਸਪੀਡ ਕੱਢਾਂਗੇ। एवरेज वेलोसिटी की गल करिए, इट इज़ डिसप्लेसमेंट अपॉन टाइम इंटरवल। देखो इस केस दे विच डिसप्लेसमेंट की होएगी, O तो P गया देन P तो Q आ गया। लेट्स हुन एक्चुअल च मेरा जो इंसान है या कार है वो कितने खड़ी है? एट पॉइंट Q, यानी एट 240। दिस इज़ द फाइनल। इनिशियल की है 0। हुन मैंने की करनी है डिसप्लेसमेंट फ्रॉम O to P। मैंने पूछा O to P है, मैं सिंपली O to P लूँगी। 360 शॉर्टेस्ट पाथ है, डिस्टेंस टाइम वैल्यू। सिंपली एवरेज स्पीड इज द पाथ लेंथ, डिट्टो सेम
ਆਨਸਰ। ਨੈਕਸਟ ਇਜ਼ ਜਦੋਂ ਆਪਾਂ ਗੱਲ ਕਰਦੇ ਹਾਂ ਫਰੋਮ O to P ਹੋ ਚੁੱਕਿਆ, ਦੈਨ ਬੈਕ ਟੂ Q, O to P ਦੈਨ ਬੈਕ ਟੂ Q ਆ ਗਿਆ। ਹੁਣ ਮੇਰਾ ਜੋ ਕਾਰ ਹੈ ਜਾਂ ਆਬਜੈਕਟ ਹੈ ਉਹ Q ਤੇ ਖੜਾ ਹੈ। ਹੁਣ ਇੱਥੇ ਡਿਸਪਲੇਸਮੈਂਟ ਅਲੱਗ ਹੋਏਗਾ, ਡਿਸਟੈਂਸ ਅਲੱਗ ਹੋਏਗਾ। ਹੋਏਗਾ ਕਿ ਡਿਸਪਲੇਸਮੈਂਟ ਕੀ ਹੋਏਗੀ ਮੇਰੀ ਇਸ ਕੇਸ ਦੇ ਵਿੱਚ, ਡਿਸਪਲੇਸਮੈਂਟ ਹੋਏਗੀ ਇੰਨਾ ਡਿਸਟੈਂਸ। ਕਿਵੇਂ ਆਏਗਾ? ਸਿੰਪਲੀ 240, 0 to 240 ਮਾਈਨਸ ਕਰਨ ਦੀ ਵੀ ਲੋੜ ਨਹੀਂ ਪਈ। ਟਾਈਮ ਇੰਟਰਵਲ ਦੇਖਦੇ ਹਾਂ ਕਿਵੇਂ ਕੱਢਾਂਗੇ, ਸਾਰਾ ਕੁਝ ਦੱਸੂੰਗੀ। ਡਿਸਟੈਂਸ ਕਿੰਨਾ ਆਏਗਾ? 360 ਪਲਸ ਆਰ ਜੋ ਡਿਸਟੈਂਸ ਹੈ ਇਹ ਐਕਸਟਰਾ ਐਡ ਹੋਏਗਾ। ਦਿਮਾਗ ਲਗਾਓ, ਪਹਿਲਾਂ ਇੱਧਰ ਗਏ ਫਿਰ ਆ ਵੀ ਤਾਂ ਡਿਸਟੈਂਸ ਚੱਲਿਆ, ਸੋ ਇਹਨੂੰ ਕਰੋ 360 ਮਾਈਨਸ 240, 0 to 120, 120 ਇਹ ਐਡ ਹੋਏਗਾ। ਸਮਝ ਆਇਆ? ਸੋ ਮੈਂ ਹੁਣ ਇਹਦਾ ਤੁਹਾਨੂੰ ਡਾਇਰੈਕਟਲੀ ਸੋਲਿਊਸ਼ਨ ਦਿਖਾ ਦਿੰਦੀ ਹਾਂ। ਕੁਛ ਨਹੀਂ ਕੀਤਾ, 240 ਅਪੋਨ 18 ਪਲਸ 6 ਕਿਉਂਕਿ ਇੱਧਰ ਜਾਣ ਲਈ 18, ਥੋੜਾ ਸਾ Q ਤੱਕ ਆਉਣ ਲਈ 6 ਸੈਕਿੰਡ ਸੀਗੇ। ਆਂਸਰ ਆ ਗਿਆ 10। ਐਵਰੇਜ ਸਪੀਡ ਦੀ ਗੱਲ ਕਰੀਏ, ਪਾਥ ਲੈਂਥ ਲੈਣਾ ਸੀ 360 ਪਲਸ 120। ਟਾਈਮ ਇੰਟਰਵਲ ਕਿੰਨੀ ਬਣੇਗੀ? ਦੇਖੋ ਟਾਈਮ ਇੰਟਰਵਲ ਇਜ਼ 18 ਆਹ ਲੱਗੇ ਸੀਗੇ ਔਰ ਵੇਟ 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 ਯਸ 18 plus 6 24 ਰਾਈਟ। ਓਕੇ ਸੋ ਆਂਸਰ ਸੇਮ 20 ਆ ਜਾਏਗਾ, ਕੁਛ ਨਹੀਂ ਦਿੱਕਤ, ਸਿੰਪਲ ਡਿਵਾਈਡ ਕੀਤਾ ਹੋਇਆ। ਨੈਕਸਟ ਇਜ਼ ਐਗਜ਼ਾਮਪਲ ਦੇ ਨਾਲ ਦੱਸਣਾ ਹੈ distinction between magnitude of average velocity over an interval of time and the average speed over the same interval। ਕੁਛ ਨਹੀਂ ਕਰਨਾ, ਕਹਿੰਦੇ ਥੋੜਾ ਸਾ ਫਰਕ ਤਾਂ ਦੱਸੋ ਸੇਮ ਇੰਟਰਵਲ ਦੇ ਵਿੱਚ, ਇੱਕ ਇੰਟਰਵਲ ਆਫ ਟਾਈਮ ਚੱਲ ਰਹੀ ਹੈ, ਕੀ ਫਰਕ ਹੈ ਐਵਰੇਜ ਵੈਲੋਸਿਟੀ ਤੇ ਐਵਰੇਜ ਸਪੀਡ ਦੇ ਵਿੱਚ? ਥੋੜਾ ਫਰਕ ਦੱਸੋ ਸਾਨੂੰ। ਜਿਵੇਂ ਇੱਥੇ ਐਵਰੇਜ ਸਪੀਡ 2 ਆ ਰਹੀ ਹੈ, ਐਵਰੇਜ ਵੈਲੋਸਿਟੀ 0, ਤਾਂ ਇੱਕ ਐਗਜ਼ਾਮਪਲ ਦਿਓ ਜਿੱਥੇ ਮੈਨੂੰ ਫਰਕ ਪਤਾ ਚੱਲੇ ਕਿ ਦੋਨੋਂ ਸੇਮ ਨਹੀਂ ਅਲੱਗ-ਅਲੱਗ ਹੁੰਦੇ ਆ। ਸੋ ਮੈंने ਐਗਜ਼ਾਮਪਲ ਕੀ ਦਿੱਤੀ ਕਿ ਮੇਰੇ ਕੋਲ ਇੱਕ ਪਾਰਟੀਕਲ ਹੈ, ਉਹ A to B it is moving from A to B in 2 seconds and then B to A in 2 seconds। मतलब एक्चुअली पॉइंट A तो शुरू होकर इधर जाके फिर दोबारा वापस A थे आ चुके हैं। सो नाउ इट इज स्टैंडिंग एट A। डिस्टेंस कितना हो जाएगा? जे 4 मीटर है तो 8 मीटर लवांगे, 4 जान दे 4 आन दे। टाइम इंटरवल कितना लवांगे? 2 सेकंड इधर दे 2 सेकंड इधर दे 4 सेकंड। सो कितना आ जाएगा? 8/4 ਸਿੰਪਲੀ 2 ਮੀਟਰ ਪਰ ਸੈਕਿੰਡ। ਲੇਕਿਨ ਜਦੋਂ ਮੈਂ ਐਵਰੇਜ ਵੈਲੋਸਿਟੀ ਦੀ ਗੱਲ ਕਰੂੰਗੀ ਉਦੋਂ ਮੈਂ ਡਿਸਟੈਂਸ ਨਹੀਂ ਡਿਸਪਲੇਸਮੈਂਟ ਲਊਂਗੀ। ਡਿਸਪਲੇਸਮੈਂਟ ਕੀ ਹੁੰਦੀ ਹੈ? ਜਿੱਥੋਂ ਸ਼ੁਰੂ ਹੋਏ ਆ ਤੇ ਜੋ ਫਾਈਨਲ ਪੋਜੀਸ਼ਨ ਹੈ ਉਹਨਾਂ ਦੇ ਦਿਨਾਂ ਦੇ ਵਿੱਚ ਸ਼ਾਰਟੈਸਟ ਪਾਥ। ਸੋ ਇੱਥੋਂ ਸ਼ੁਰੂ ਹੋਇਆ ਇੱਥੇ ਖਤਮ ਹੋਇਆ, ਦੈਟ ਮੀਨਸ ਡਿਸਪਲੇਸਮੈਂਟ 0, ਡਿਸਪਲੇਸਮੈਂਟ 0, ਸੋ ਐਵਰੇਜ ਵੈਲੋਸਿਟੀ 0। ਬਾਕੀ ਇਹ ਕੁਐਸਚਨਸ ਆਪਾਂ ਲਾਈਵ ਸੈਸ਼ਨ ਦੇ ਵਿੱਚ ਹੀ ਕਰਾਂਗੇ। ਲੈਟ ਮੀ ਚੇਂਜ ਦ PDF। Okay, so let's start with uniform motion and non-uniform motion। Uniform motion ਦੀ ਗੱਲ ਕਰਦੇ ਹਾਂ, if it covers equal displacement in equal interval of time, ਚਾਹੇ ਉਹ intervals ਜਿੰਨੀ ਮਰਜ਼ੀ ਛੋਟੇ ਹੋਣ। For example, ਇੱਕ ਕਾਰ straight track ਤੇ ਚੱਲ ਰਹੀ ਹੈ ਇੱਕ particular direction ਦੇ ਵਿੱਚ ਐਂਡ 4 ਘੰਟੇ ਦੇ ਵਿੱਚ ਉਹਨੇ 40 ਕਿਲੋਮੀਟਰ ਟਰੈਵਲ ਕੀਤੇ। ਨਾਓ ਮੈਨੇ ਇਹ ਕਿਹਾ ਕਿ ਪਹਿਲੇ 20 ਕਿਲੋਮੀਟਰਸ ਉਹਨੇ 1 ਘੰਟੇ ਦੇ ਵਿੱਚ ਐਗਜ਼ਾਮਪਲ ਦੇ ਅਕੋਰਡਿੰਗ 2 ਘੰਟੇ ਦੇ ਵਿੱਚ ਕਵਰ ਕੀਤੇ, ਅਗਲੇ 10 ਕਿਲੋਮੀਟਰ 1 ਘੰਟੇ ਦੇ ਵਿੱਚ ਐਂਡ ਅਗਲੇ ਜੋ ਬਚੇ ਹੋਏ ਕਿਲੋਮੀਟਰਸ ਹੈ ਇੱਦਾਂ ਇਹ ਪੈਟਰਨ ਚੱਲਦਾ ਰਿਹਾ। ਹੁਣ ਉਹ ਕੀ ਕਹਿ ਰਹੇ ਨੇ ਕਿ ਜੋ ਮੋਸ਼ਨ ਆਫ ਕਾਰ ਹੈ ਇਹਨੂੰ ਆਪਾਂ ਯੂਨੀਫਾਰਮ ਮੋਸ਼ਨ ਕਵਾਂਗੇ। ਅਫਕੋਰਸ ਕਵਾਂਗੇ, ਕਿਉਂ? ਕਿਉਂਕਿ ਇਕੁਅਲ ਡਿਸਪਲੇਸਮੈਂਟ ਇਨ ਇਕੁਅਲ ਇੰਟਰਵਲ ਆਫ ਟਾਈਮ, ਇਹ ਆਪਣਾ ਯੂਨੀਫਾਰਮ ਮੋਸ਼ਨ ਦਾ ਡੈਫੀਨੇਸ਼ਨ ਹੈ। ਦੇਖੋ ਇਹਦੇ ਵਿੱਚ 20 ਕਿਲੋਮੀਟਰ 2 ਆਰ ਦੇ ਵਿੱਚ ਹੋਏ, 10 ਕਿਲੋਮੀਟਰ 1 ਆਰ ਦੇ ਵਿੱਚ ਹੋਏ, ਨੈਕਸਟ ਕੀ ਹੋਏਗਾ 5 ਕਿਲੋਮੀਟਰ 30 ਮਿੰਟਸ ਦੇ ਵਿੱਚ ਹੋਏਗਾ। ਸੋ ਸੇਮ ਡਿਸਟੈਂਸ equal distance displacement interval, give me a break, okay, मैं कहना चाह रही हूँ सो इक्वल डिसप्लेसमेंट इन इक्वल इंटरवल ऑफ टाइम अगर ऑब्जेक्ट कवर कर रहा है तो यूनीफॉर्म मोशन ਦੇ ਵਿੱਚ आई होप ਤੁਹਾਨੂੰ ਸਮਝ ਆ ਗਿਆ ਹੋਏਗਾ। ਸਿੰਪਲ ਦੇਖੋ ਜਦੋਂ ਆਪਾਂ ਇਹਦੀ ਕੱਢਾਂਗੇ, ਲੈਟਸ ਸੇ ਮੈਂ ਉਹਦੇ ਵੈਲੋਸਿਟੀ ਕੱਢ ਲੈਂਦੀ ਹਾਂ, ਸੋ ਇਟ ਇਜ਼ 20/2 ਦੈਟ ਇਜ਼ 10, ਇੱਥੇ ਕੱਢੋਗੇ 10/1 ਦੈਟ ਇਜ਼ 10, ਇੱਥੇ ਕੱਢੋਗੇ 5/ਹਾਫ, 30 ਮਿੰਟ ਨੂੰ ਅੱਧਾ ਘੰਟਾ ਲਗਵਾਵਾਂਗੇ, 5 × 2 5 ਕਿਲੋਮੀਟਰ ਨਾ, ਸੋ ਇੱਥੇ ਵੀ 10 ਆ ਜਾਏਗਾ। ਸਿੰਪਲ। ਨੈਕਸਟ ਇਜ਼ ਨॉन यूनिफॉर्म मोशन। एन ऑब्जेक्ट इज सेट टू बी नॉन यूनिफॉर्म मोशन अगर अनईक्वल डिसप्लेसमेंट इन इक्वल इंटरवल ऑफ टाइम ਦੇ ਵਿੱਚ ਕਵਰ ਕਰ ਰਿਹਾ। ਫॉर एग्जांपल ਮੇਰੀ ਇਹੀ ਕਾਰ ਦੁਬਾਰਾ ਸਟ੍ਰੇਟ ਟਰੈਕ ਤੇ ਆ ਚੁੱਕੀ ਹੈ, ਇਹਨੇ 20 ਕਿਲੋਮੀਟਰਸ 1 ਆਰ ਦੇ ਵਿੱਚ ਕਵਰ ਕੀਤੇ, ਅਗਲੇ 10 ਕਿਲੋਮੀਟਰਸ ਵੀ 2 ਆਰ ਦੇ ਵਿੱਚ ਕੀਤੇ।
देखो ये 20 किलोमीटर्स इन 1 आवर, लेकिन 10 किलोमीटर्स ਨੂੰ 2 ਘੰਟੇ ਲਗਾਤੇ ਔਰ ਅਗਲੇ ਬਚੇ ਹੋਏ 10 ਕਿਲੋਮੀਟਰਸ ਨੂੰ 1 ਆवर ਦੇ ਵਿੱਚ ਕਵਰ ਕੀਤਾ। ਸੋ ਇਹ ਨਾਨ ਯੂਨੀਫਾਰਮ ਮੋਸ਼ਨ ਹੈ, ਰੈਂਡਮ ਮੋਸ਼ਨ ਹੈ। ਤੁਸੀਂ ਦੇਖ ਸਕਦੇ ਹੋ ਯੂਨੀਫਾਰਮ ਮੋਸ਼ਨ ਦਾ ਗ੍ਰਾਫ स्ट्रेट लाइन बनेगा कि एक पर्टिकुलर टाइम ते डिस्प्लेसमेंट जो है वो सेम रहणगे। देखो कितना सिमेट्रिक ग्राफ बनेगा। लेकिन ये देखो फर्स्ट सैकेंड ते 20 जो है 20 किलोमीटर्स, अगले लेट्स से 2 सेकेंड्स ला लो या 2 आवर्स ला लो, पर्टिकुलर दूर की गल कर रहे आवर्स दे विच ले लो टाइम 30 ते है। हुण आपां देखिए 3 ते तो दोबारा डाउन चला गया ग्राफ, 4 तो देखिए फिर थोड़ा अप चला गया, दैट्स इट। नैक्सट इज की डिफरेंस की गल करिए, अगर लिखना आ जाए तो थ्योरी के भी की लिखोगे। सो वैन एन ऑब्जेक्ट मूव्स अलोंग द स्ट्रेट लाइन विद कॉन्सटेंट स्पीड तो उन्होंने यूनीफॉर्म मोशन कहने हैं। नॉन यूनीफॉर्म वेरीएबल स्पीड होंगी है। Object in uniform motion, it covers same distance in equal interval of time period। नॉन यूनीफॉर्म मोशन डिसिमिलर डिस्टेंस करेगा इक्वल टाइम पीरियड ਦੇ ਵਿੱਚ। ਜਿਵੇਂ ਮੈਂ ਟਾਈਮ ਪੀਰੀਅਡ ਫਿਕਸ ਕਰ ਲਿਆ, ਹਰ 2 ਸੈਕਿੰਡ ਦਾ ਮੈਂ ਚੈੱਕ ਕਰ ਰਹੀ ਹਾਂ, ਹਰ 2 ਸੈਕਿੰਡ ਦੇ ਵਿੱਚ ਅਗਰ ਡਿਸਟੈਂਸ ਸੇਮ ਕਵਰ ਕਰ ਰਿਹਾ ਤਾਂ ਯੂਨੀਫਾਰਮ, ਅਲੱਗ-ਅਲੱਗ ਕਰ ਰਿਹਾ ਤਾਂ ਨॉन यूनीफॉर्म। ਸਪੀਡ ਦੀ ਗੱਲ ਕਰੀਏ, ਮੈਂ ਤੁਹਾਨੂੰ न्यूमेरिकली सॉल्व करके दसता। यूनीफॉर्म मोशन विच कॉन्सटेंट रहिंदी है, एक्चुअल स्पीड एवरेज स्पीड सेम रहिंदी है। लेकिन जदों आपां नॉन यूनीफॉर्म की गल करते हैं सो ओबवियसली एक्चुअल स्पीड बराबर नहीं होंदी एवरेज की, क्योंकि हर किलोमीटर बाई किलोमीटर स्पीड बदलती रहेगी। नेक्स्ट इज फॉर एन ऑब्जेक्ट मूविंग इन यूनीफॉर्म मोशन, जो डिस्टेंस टाइम ग्राफ है स्ट्रेट लाइन बनेगा, लेकिन नॉन यूनीफॉर्म के लिए कर्व्ड लाइन चला जाएगा। नैक्सट इज ऑब्जेक्ट इनवॉल्विंग यूनीफॉर्म रेक्टिलिनियर मोशन, उन्होंने लिए एक्सेलरेशन 0 है क्योंकि वेलोसिटी कॉन्स्टेंट है। व्हाट इज एक्सेलरेशन गल करांगे अगे, अगर थोड़ा नहीं पता था। वेयर एज द मैं अगर गल करा नॉन यूनीफॉर्म की, वो नॉन जीरो होएगी की होंगी, आप प्रॉपर गल करांगे। अगर ये थोड़ा पॉइंट हजे समझ नहीं आया, इन्हू फ्यूचर लिए रख लो। ओके सो नैक्सट मूव करते हैं आप। देखो ये थोड़ा होमवर्क है, बिकॉज ये सारा कुछ मैं समझा चुकी हाँ। स्क्रीनशॉट लो फटाफट और रीड करना। अगर कुछ भी डाउट होए कमेंट दे विच पूछना, मैं ज़रूर आंसर करूँगी। ले लिया स्क्रीनशॉट, नैक्सट ਇਹਦਾ भी लो क्विक क्विक। ओके नैक्सट ਇਹਦਾ लो, प्रॉपरली रीड करो। बाकी टेलीग्राम पे मैसेज कर दो कोई भी दिक्कत आती है, पूरा समझा चुकी हाँ मैं। ले लिया, नैक्सट इज ਇਹਦਾ भी लो। इट इज़ योर होमवर्क। अगर ये मैं ना कराया होंदा मैं कभी होमवर्क ना देंदी, लेकिन हर चीज़ आप कर चुकी हाँ। नैक्सट इज डिसप्लेसमेंट टाइम ग्राफ। डिसप्लेसमेंट टाइम ग्राफ की है, ये दसदा है कि किहड़ी डायरैक्शन दे विच और किन्नी दूर फ्रॉम ओरिजिन मेरा ऑब्जेक्ट जो है पर्टिकुलर टाइम ते हैगा। इट इज़ अ सिंपल लाइन ग्राफ। सिंपली डिसप्लेसमेंट वर्सिस टाइम ग्राफ हुंदा है। एक्स एक्सिस ते हमेशा टाइम हुंदा है, वाई एक्सिस ते बचा होया अगर वो डिसप्लेसमेंट है, डिस्टेंस है, वेलोसिटी है, एक्सेलरेशन है। ठीक है, इंपॉर्टेंस करिए इस ग्राफ की। एक्चुअली ना मेरा थोड़ी सी गले च प्रॉब्लम आ रही है, बिकॉज मैं लैक्चर रिकॉर्ड करने छड्डते सी एंड इकोदम 30 मिनट्स के लिए लगातार बोलते रहना, ताई मैनू बार बार कफिंग हो रही है, थोड़ा स्टॉप करना पै रहा है। आई गेस इत्थों आप नैक्सट लैक्चर के कंटिन्यू कर सकते हैं, इफ़ यू डोंट माइंड। थोड़ा फास्ट करवाऊँगी मैं नैक्सट टाइम, इन्ना डीपली नहीं समझाऊँगी। बाकी ज़रूर दसो तुहानूं मेरा समझ आ रहा है या नहीं। थैंक्स फॉर वॉचिंग द वीडियो। सो सॉरी, प्लीज़ कोऑपरेट। थैंक यू।